ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਅੰਮ੍ਰਿਤ ਤੀਰਥ ਦਾ ਪ੍ਰਗਟ ਹੋਣਾ। ਪੱਟੀ ਨਗਰ ਦੇ ਮਾਫੀਦਾਰ ਦੁਨੀ ਚੰਦ ਖੱਤਰੀ ਦੀਆਂ 5 ਧੀਆਂ ਸਨ। ਸਭ ਤੋਂ ਛੋਟੀ ਸਤ ਸੰਗਨ ਅਤੇ ਰੱਬ ਤੇ ਭਰੋਸਾ ਰੱਖਣ ਵਾਲੀ। ਇੱਕ ਦਿਨ ਜਦ ਦੁਨੀ ਚੰਦ ਨੇ ਆਪਣੀਆਂ ਇਹਨਾਂ ਲੜਕੀਆਂ ਨੂੰ ਪੁੱਛਿਆ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਪਹਿਨਦੀਆਂ ਹੋ, ਤਾਂ ਰਜਨੀ ਤੋਂ ਬਿਨਾਂ ਸਭ ਨੇ ਇਹੀ ਕਹਿ ਦਿੱਤਾ ਕਿ ਪਿਤਾ ਜੀ ਦਾ। ਅਸੀਂ ਤੁਹਾਡਾ ਦਿੱਤਾ ਹੀ ਖਾਂਦੀਆਂ ਹਾਂ ਪਹਿਨਦੀਆਂ ਹਾਂ। ਪਰ ਰਜਨੀ ਨੇ ਕਿਹਾ, ਪਿਤਾ ਜੀ ਤੁਹਾਨੂੰ ਵੀ ਅਤੇ ਮੈਨੂੰ ਵੀ ਸਭ ਕਿਸੇ ਨੂੰ ਪਰਮਾਤਮਾ ਹੀ ਦਿੰਦਾ ਹੈ, ਹੋਰ ਕੋਈ ਕਿਸੇ ਨੂੰ ਕੁਝ ਦੇਣ ਵਾਲਾ ਨਹੀਂ ਹੈ। ਦੁਨੀ ਚੰਦ ਨੇ ਕਿਹਾ, ਮੈਂ ਵੇਖਾਂਗਾ ਪਰਮਾਤਮਾ ਤੈਨੂੰ ਕਿਸ ਤਰ੍ਹਾਂ ਦਿੰਦਾ ਹੈ। ਕੁਝ ਦਿਨ ਠਹਿਰ ਕੇ ਦੁਨੀ ਚੰਦ ਨੇ ਰਜਨੀ ਨੂੰ ਇੱਕ ਕੋੜੀ ਪਿੰਗਲੇ ਨਾਲ ਵਿਆਹ ਦਿੱਤਾ। ਰਜਨੀ ਨੇ ਪਰਮੇਸ਼ਰ ਦਾ ਭਾਣਾ ਮੰਨ ਕੇ ਪਿੰਗਲੇ ਨੂੰ ਹੀ ਪਤੀ ਪਰਮੇਸ਼ਰ ਦਾ ਰੂਪ ਸਮਝ ਕੇ ਇੱਕ ਟੋਕਰੇ ਵਿੱਚ ਪਾ ਕੇ ਸਿਰ ਤੇ ਚੁੱਕ ਲਿਆ ਅਤੇ ਪਿੰਡੋਂ ਪਿੰਡ ਮੰਗ ਕੇ ਆਪਣਾ ਅਤੇ ਆਪਣੇ ਪਤੀ ਦਾ ਪੇਟ ਪਾਲਣ ਲੱਗੀ। ਇਸ ਤਰ੍ਹਾਂ ਹੀ ਮੰਗਦੀ ਹੋਈ ਪਿੰਡ ਦੀ ਚੱਕ ਗੁਰੂ ਆ ਗਈ ਅਤੇ ਦੁੱਖ ਭੰਜਨੀ ਬੇਰੀ ਹੇਠਾਂ ਇੱਕ ਛੱਪੜੀ ਪਾਸ ਪਤੀ ਦਾ ਟੋਕਰਾ ਰੱਖ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਲੈਣ ਚਲੀ ਗਈ। ਪਿੱਛੋਂ ਪਿੰਗਲੇ ਨੇ ਵੇਖਿਆ ਕਿ ਉਸ ਪਾਸ ਜੋ ਪਾਣੀ ਦੀ ਛੱਪੜੀ ਹੈ ਉਸ ਵਿੱਚ ਨਹਾ ਕੇ ਕਾਂ ਚਿੱਟੇ ਹੋ ਗਏ ਹਨ। ਇਹ ਕੌਤਕ ਵੇਖ ਕੇ ਪਿੰਗਲਾ ਆਪਣੇ ਟੋਕਰੇ ਵਿੱਚੋਂ ਨਿਕਲ ਕੇ ਰਿੜਦਾ ਰਿੜਦਾ ਉਸ ਪਾਣੀ ਵਿੱਚ ਵੜ ਕੇ ਲੇਟਣ ਲੱਗ ਗਿਆ। ਚੰਗੀ ਤਰ੍ਹਾਂ ਲੇਟਣ ਉਪਰੰਤ ਉਸਨੇ ਵੇਖਿਆ ਕਿ ਉਸ ਦਾ ਸਾਰਾ ਸਰੀਰ ਸੁੰਦਰ ਤੇ ਅਰੋਗ ਹੋ ਗਿਆ ਹੈ। ਉਹ ਉੱਠ ਕੇ ਟੋਕਰੇ ਪਾਸ ਆਣ ਬੈਠਾ। ਇਤਨੇ ਚਿਰ ਨੂੰ ਜਦ ਉਸਦੀ ਪਤਨੀ ਰਜਨੀ ਵੀ ਆ ਗਈ ਤਾਂ ਉਸਨੇ ਉੱਥੇ ਇੱਕ ਅਰੋਗ ਤੇ ਸੁੰਦਰ ਪੁਰਸ਼ ਨੂੰ ਬੈਠਾ ਵੇਖ ਕੇ ਉਸਨੂੰ ਪੁੱਛਿਆ ਕਿ ਤੂੰ ਕੌਣ ਹੈ, ਮੇਰਾ ਪਤੀ ਕਿੱਥੇ ਹੈ। ਉਸ ਪੁਰਸ਼ ਨੇ ਕਿਹਾ, ਮੈਂ ਹੀ ਤੇਰਾ ਪਿੰਗਲਾ ਪਤੀ ਹਾਂ, ਹੋਰ ਕੋਈ ਦੂਸਰਾ ਪੁਰਸ਼ ਨਹੀਂ ਹੈ। ਮੈਂ ਇਸ ਪਾਣੀ ਵਿੱਚ ਜੋ ਬੜਾ ਸ਼ਕਤੀਵਾਨ ਹੈ ਨਹਾ ਕੇ ਅਰੋਗ ਹੋ ਗਿਆ ਹਾਂ। ਫਿਰ ਉਸਨੇ ਕਾਵਾਂ ਦੇ ਚਿੱਟੇ ਹੋਣ ਦੀ ਗੱਲ ਦੱਸੀ ਅਤੇ ਕਿਹਾ, ਮੈਂ ਕਾਵਾਂ ਨੂੰ ਵੇਖ ਕੇ ਹੀ ਇਸ ਜਲ ਵਿੱਚ ਨਹਾਤਾ ਤੇ ਅਰੋਗ ਹੋਇਆ ਹਾਂ। ਪਰ ਰਜਨੀ ਨੂੰ ਜਦ ਫਿਰ ਵੀ ਪੂਰਾ ਯਕੀਨ ਨਾ ਆਇਆ ਤਾਂ ਉਹ ਦੋਵੇਂ ਗੁਰੂ ਜੀ ਪਾਸ ਗੁਰੂ ਕੇ ਮਹਿਲਾਂ ਵਿੱਚ ਚਲੇ ਗਏ। ਗੁਰੂ ਜੀ ਨੇ ਪਿੰਗਲੇ ਦੀ ਸਾਰੀ ਗੱਲ ਸੁਣ ਕੇ ਆਖਿਆ, ਬੀਬੀ ਇਹੀ ਤੇਰਾ ਪਤੀ ਹੈ, ਤੂੰ ਸੰਸਾ ਨਾ ਕਰ। ਇਹ ਤੇਰੇ ਸਿੱਧਕ ਭਰੋਸੇ ਅਤੇ ਤੀਰਥ ਦੀ ਸ਼ਕਤੀ ਕਰਕੇ ਅਰੋਗ ਹੋ ਗਿਆ ਹੈ। ਇਹ ਤੇਰੇ ਪਤੀਬ੍ਰਤ ਧਰਮ ਦਾ ਫਲ ਹੈ। ਗੁਰੂ ਸਾਹਿਬ ਜੀ ਨੇ ਬਚਨਾਂ ਤੇ ਨਿਸ਼ਚਾ ਕਰਕੇ ਉਹ ਦੋਵੇਂ ਪਤੀ ਪਤਨੀ ਹੋਰ ਸੇਵਕਾਂ ਨਾਲ ਮਿਲ ਕੇ ਗੁਰੂ ਦੀ ਸੰਗਤ ਪੰਗਤ ਦੀ ਸੇਵਾ ਵਿੱਚ ਲੱਗ ਗਏ। ਇਸ ਵਾਰਤਾ ਨੂੰ ਵੇਖ ਕੇ ਜਦ ਗੁਰੂ ਜੀ ਨੂੰ ਨਿਸ਼ਚਾ ਹੋ ਗਿਆ ਕਿ ਇਹ ਉਹੀ ਸਥਾਨ ਹੈ ਜਿਸ ਦੀ ਬਾਬਤ ਸ੍ਰੀ ਗੁਰੂ ਅਮਰਦਾਸ ਜੀ ਨੇ ਸਮਝਾਇਆ ਸੀ ਕਿ ਇੱਥੇ ਅੰਮ੍ਰਿਤ ਸਰੋਵਰ ਤੀਰਥ ਪ੍ਰਗਟ ਹੋਵੇਗਾ, ਤਾਂ ਆਪ ਜੀ ਦੇ 5 ਹਾੜ ਸੰਮਤ 1634 ਨੂੰ ਇਸ ਦੀ ਪਟਾਈ ਜ਼ੋਰ ਸ਼ੋਰ ਨਾਲ ਆਰੰਭ ਕਰ ਦਿੱਤੀ। ਇੱਧਰ ਜਦ ਦੁਨੀ ਚੰਦ ਨੂੰ ਆਪਣੇ ਪਿੰਗਲੇ ਜਵਾਈ ਦੇ ਅਰੋਗ ਹੋਣ ਦਾ ਪਤਾ ਲੱਗਾ ਤਾਂ ਉਹ ਬੜੇ ਸਤਿਕਾਰ ਨਾਲ ਉਹਨਾਂ ਦੇ ਆਪਣੇ ਘਰ ਪੱਟੀ ਲੈ ਗਿਆ। ਇਹ ਗੱਲ ਜਦ ਲਾਹੌਰ ਦੀ ਸਿੱਖ ਸੰਗਤ ਨੇ ਸੁਣੀ ਕਿ ਗੁਰੂ ਜੀ ਜਿਹੜਾ ਸਰੋਵਰ ਤਿਆਰ ਕਰ ਰਹੇ ਹਨ ਉਹ ਬੜਾ ਸ਼ਕਤੀਵਾਨ ਹੈ, ਜਿਸ ਦੇ ਜਲ ਵਿੱਚੋਂ ਕਾਲੇ ਕਾਂ ਨਹਾ ਕੇ ਚਿੱਟੇ ਹੰਸਾਂ ਸਮਾਨ ਹੋ ਜਾਂਦੇ ਹਨ, ਤਦ ਉਹ ਵੀ ਗੁਰੂ ਚੱਕ ਦਰਸ਼ਨ ਕਰਨ ਆਏ। ਕੁਝ ਦਿਨ ਕਾਰ ਸੇਵਾ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਜਦੋਂ ਵਾਪਿਸ ਜਾਣ ਲੱਗੇ ਤਾਂ ਗੁਰੂ ਜੀ ਦੇ ਤਾਏ ਦੇ ਪੁੱਤਰ ਸਹਾਰੀ ਮੱਲ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਕਿਰਪਾ ਕਰਕੇ ਇੱਕ ਵਾਰ ਜ਼ਰੂਰ ਲਾਹੌਰ ਚੱਲ ਕੇ ਆਪਣੀ ਅੰਸ ਬੰਸ ਅਤੇ ਸੰਬੰਧੀਆਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ। ਇਹਨਾਂ ਦਾ ਪ੍ਰੇਮ ਅਤੇ ਸ਼ਰਧਾ ਵੇਖ ਕੇ ਗੁਰੂ ਜੀ ਨੇ ਲਾਹੌਰ ਜਾਣਾ ਪ੍ਰਵਾਨ ਕਰ ਲਿਆ। ਲਾਹੌਰ ਆਣ ਕੇ ਆਪ ਜੀ ਨੇ ਆਪਣੇ ਚੂਨੇ ਮੰਡੀ ਵਾਲਾ ਘਰ ਢਾਹ ਕੇ ਉੱਥੇ ਧਰਮਸ਼ਾਲਾ ਬਣਵਾ ਦਿੱਤੀ ਅਤੇ ਸੰਗਤਾਂ ਦੇ ਇਸ਼ਨਾਨ ਪਾਣੀ ਵਾਸਤੇ ਉਸ ਵਿੱਚ ਇੱਕ ਖੂਹ ਵੀ ਲਵਾ ਦਿੱਤਾ। ਆਪ ਜੀ ਨੇ ਉਪਦੇਸ਼ਾਂ ਦੇ ਪ੍ਰਭਾਵ ਕਰਕੇ ਬਹੁਤ ਸ਼ਰਧਾਲੂਆਂ ਨੇ ਆਪ ਜੀ ਦੀ ਸਿੱਖੀ ਧਾਰਨ ਕਰ ਲਈ। ਇਸ ਤਰ੍ਹਾਂ ਧਰਮਸ਼ਾਲਾ ਵਿੱਚ ਸੰਗਤ ਦੀ ਮਰਿਆਦਾ ਤੌਰ 'ਤੇ ਅਤੇ ਧਰਮਸ਼ਾਲਾ ਦੀ ਸੇਵਾ ਕੁਝ ਸਿੱਖਾਂ ਨੂੰ ਸੌਂਪ ਕੇ
ਆਪ ਜੀ ਵਾਪਸ ਗੁਰੂ ਚੱਕ ਆ ਗਏ। ਗੁਰੂ ਚੱਕ ਆਣ ਕੇ ਗੁਰੂ ਜੀ ਆਪਣਾ ਸਾਰਾ ਸਮਾਂ ਭਗਤੀ, ਕਥਾ, ਕੀਰਤਨ ਅਤੇ ਸੰਗਤਾਂ ਨੂੰ ਉਪਦੇਸ਼ ਦੇਣ ਵਿੱਚ ਬਤੀਤ ਕਰਦੇ। ਆਪ ਜੀ ਪਾਸ ਜੋ ਧਨ ਅਤੇ ਬਸਤਰ ਆਦਿਕ ਪਦਾਰਥ ਸਿੱਖ ਭੇਟਾ ਕਰਦੇ ਸਨ, ਆਪ ਉਹਨਾਂ ਨੂੰ ਹੱਥ ਨਹੀਂ ਸਨ ਲਾਉਂਦੇ। ਸਭ ਦੀ ਸਾਂਭ ਸੰਭਾਲ ਸੇਵਾਦਾਰ ਹੀ ਕਰਦੇ ਸਨ। ਭਾਈ ਹਿੰਦਾਲ ਗੁਰੂ ਕੇ ਲੰਗਰ ਵਿੱਚ ਬੜੇ ਪ੍ਰੇਮ ਨਾਲ ਆਟਾ ਗੁੰਨਣ ਦੀ ਸੇਵਾ ਕਰਦਾ ਹੁੰਦਾ ਸੀ। ਇੱਕ ਦਿਨ ਜਦ ਗੁਰੂ ਜੀ ਲੰਗਰ ਵਿੱਚ ਅਚਾਨਕ ਹੀ ਆਏ ਤਾਂ ਹਿੰਦਾਲ, ਜੋ ਉਸ ਸਮੇਂ ਆਟਾ ਗੁੰਨ ਰਿਹਾ ਸੀ, ਗੁਰੂ ਜੀ ਨੂੰ ਵੇਖ ਕੇ ਸ਼ੀਘਰ ਹੀ ਉੱਠ ਕੇ ਆਪਣੇ ਆਟੇ ਨਾਲ ਭਰੇ ਹੋਏ ਹੱਥਾਂ ਆਪਣੀ ਪਿੱਠ ਉੱਤੇ ਕਰ ਲਏ ਅਤੇ ਸੀਸ ਗੁਰੂ ਜੀ ਦੇ ਚਰਨਾਂ ਉੱਤੇ ਰੱਖ ਦਿੱਤਾ। ਗੁਰੂ ਜੀ ਉਸ ਦੀ ਮੱਥਾ ਟੇਕਣ ਦੀ ਇਹ ਰੀਤੀ ਵੇਖ ਕੇ ਬੜੇ ਹੀ ਪ੍ਰਸੰਨ ਹੋਏ ਅਤੇ ਬਖਸ਼ਿਸ਼ ਵਜੋਂ ਇੱਕ ਪਰਨਾ ਉਸ ਨੂੰ ਦਿੱਤਾ। ਜਦ ਭਾਈ ਹਿੰਦਾਲ ਨੇ ਪਰਨਾ ਲੈ ਕੇ ਉਸ ਨੂੰ ਸਤਿਕਾਰ ਨਾਲ ਆਪਣੇ ਸਿਰ ਉੱਤੇ ਰੱਖਤਾ ਤਾਂ ਉਸ ਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ ਅਤੇ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ। ਫਿਰ ਉਸ ਦੀ ਪ੍ਰੇਮਾ ਭਗਤੀ ਉੱਤੇ ਪ੍ਰਸੰਨ ਹੋ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਹੁਣ ਤੂੰ ਆਪਣੇ ਘਰ ਜਾ ਕੇ ਆਪਣਾ ਨਾਮ ਜਪਣਾ ਅਤੇ ਹੋਰਨਾਂ ਨੂੰ ਜਪਾ ਕੇ ਸਿੱਖੀ ਮਾਰਗ ਨੂੰ ਤੋਰਨਾ। ਗੁਰੂ ਜੀ ਦਾ ਬਚਨ ਮੰਨ ਕੇ ਭਾਈ ਹਿੰਦਾਲ ਆਪਣੇ ਪਿੰਡ ਜੰਡਿਆਲੇ ਚਲਿਆ ਗਿਆ ਅਤੇ ਨਾਮ ਦਾ ਸਿਮਰਨ ਆਪ ਕਰਦਾ ਅਤੇ ਹੋਰਨਾਂ ਨੂੰ ਕਰਾਉਂਦਾ ਹੋਇਆ ਪਰਮ ਗਤੀ ਨੂੰ ਪ੍ਰਾਪਤ ਹੋ ਗਿਆ। ਇਸ ਇਲਾਕੇ ਦੇ ਲੋਕ ਇਸ ਨੂੰ ਗੁਰੂ ਕਰਕੇ ਮੰਨਣ ਤੇ ਪੂਜਣ ਲੱਗ ਗਏ, ਜਿਸ ਕਰਕੇ ਇਸ ਦਾ ਪਿੰਡ ਜੰਡਿਆਲਾ ਗੁਰੂ ਕਾ ਜੰਡਿਆਲਾ ਪ੍ਰਸਿੱਧ ਹੋ ਗਿਆ। ਜੰਡਿਆਲ ਭਾਈ ਹਿੰਦਾਲ ਦੀ ਸਮਾਧ ਬਣੀ ਹੋਈ ਹੈ। ਪਿੱਛੋਂ ਇਸ ਦੀ ਸੰਤਾਨ ਦੇ ਵਿਅਕਤੀ ਗੁਰੂ ਘਰ ਦੇ ਅਤੇ ਗੁਰਸਿੱਖਾਂ ਦੇ ਬੜੇ ਵਿਰੋਧੀ ਤੇ ਨਿੰਦਕ ਹੋਏ ਸਨ। ਇੱਕ ਦਿਨ ਜਦ ਭਾਈ ਗੁਰਦਾਸ ਜੀ ਗੁਰੂ ਜੀ ਦੇ ਦਰਸ਼ਨ ਕਰਨ ਆਏ ਤਾਂ ਆਪ ਜੀ ਨੇ ਕਿਹਾ ਕਿ ਤੁਸੀਂ ਆਗਰੇ ਚਲੇ ਜਾਓ ਅਤੇ ਉਸ ਇਲਾਕੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਸਿਧਾਂਤਾਂ ਦਾ ਪ੍ਰਚਾਰ ਕਰੋ। ਗੁਰੂ ਜੀ ਦਾ ਬਚਨ ਮੰਨ ਕੇ ਭਾਈ ਜੀ ਆਗਰੇ ਚਲੇ ਗਏ ਅਤੇ ਸਿੱਖੀ ਦਾ ਪ੍ਰਚਾਰ ਕਰਕੇ ਅਨੇਕਾਂ ਪ੍ਰਾਣੀਆਂ ਨੂੰ ਸਿੱਖੀ ਧਾਰਨ ਕਰਾਈ। ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਮਹਿਮਾ ਸੁਣ ਕੇ ਆਪਣੇ ਸੇਵਕ ਗੋਦੜੀਏ ਦੇ ਮੋਢਿਆਂ 'ਤੇ ਚੜ੍ਹ ਕੇ ਚੱਕ ਗੁਰੂ ਆ ਗਏ। ਜਦ ਗੁਰੂ ਜੀ ਨੇ ਬਾਬਾ ਜੀ ਦਾ ਆਉਣਾ ਸੁਣਿਆ ਤਾਂ ਆਪ ਜੀ ਉੱਠ ਕੇ ਬਾਬਾ ਜੀ ਨੂੰ ਅੱਗੋਂ ਹੋ ਕੇ ਮਿਲੇ ਅਤੇ ਚਰਨਾਂ ਉੱਤੇ ਨਮਸਕਾਰ ਕਰਕੇ ਸਤਿਕਾਰ ਨਾਲ ਆਪਣੇ ਨਾਲ ਲਿਆ ਅਤੇ ਪ੍ਰਸ਼ਾਦ ਪਾਣੀ ਦੀ ਸੇਵਾ ਬੜੇ ਪ੍ਰੇਮ ਨਾਲ ਕੀਤੀ। ਬਾਬਾ ਜੀ ਨੇ ਪੁੱਛਿਆ ਕਿ ਰਾਮਦਾਸ ਜੀ, ਤੁਸਾਂ ਦਾੜਾ ਇਤਨਾ ਲੰਮਾ ਕਿਉਂ ਵਧਾਇਆ ਹੋਇਆ ਹੈ? ਤਦ ਗੁਰੂ ਜੀ ਨੇ ਆਪਣੇ ਦਾੜਾ ਹੱਥ ਵਿੱਚ ਫੜ ਕੇ ਕਿਹਾ ਕਿ ਇਹ ਆਪ ਜੀ ਦੇ ਚਰਨ ਸਾਫ਼ ਕਰਨ ਵਾਸਤੇ ਵਧਾਇਆ ਹੈ। ਇਹ ਨਮਰਤਾ ਭਰਪੂਰ ਉੱਤਰ ਸੁਣ ਕੇ ਬਾਬਾ ਜੀ ਬੜੇ ਪ੍ਰਸੰਨ ਹੋ ਕੇ ਬਚਨ ਕੀਤਾ ਕਿ ਇਹਨਾਂ ਗੁਣਾਂ ਕਰਕੇ ਹੀ ਤੁਸਾਂ ਇਹ ਉੱਚੀ ਪਦਵੀ ਪਾਈ ਹੈ। ਗੁਰੂ ਜੀ ਨੇ ਬਾਬਾ ਜੀ ਨੂੰ ਸਨਮਾਨ ਵਜੋਂ ਇੱਕ ਘੋੜਾ ਅਤੇ 500 ਰੁਪਏ ਦਰਸ਼ਨ ਭੇਟਾ ਕਰਕੇ ਮੱਥਾ ਟੇਕਿਆ। ਬਾਬਾ ਜੀ ਨੇ ਪ੍ਰਸੰਨ ਹੋ ਕੇ ਆਪ ਜੀ ਨੂੰ ਕਈ ਵਰ ਦਿੱਤੇ ਕਿ ਇੱਥੇ ਜੋ ਸ਼ਰਧਾ ਨਾਲ ਆਏਗਾ ਉਸ ਨੂੰ ਮਨ ਵਾਂਛਤ ਫਲ ਪ੍ਰਾਪਤ ਹੋਏਗਾ। ਨਾਮ ਕੀਰਤਨ ਦਾ ਸਦਾ ਪ੍ਰਵਾਹ ਚੱਲਦਾ ਰਹੇਗਾ ਅਤੇ ਲਕਸ਼ਮੀ ਬੇਅੰਤ ਆਵੇਗੀ। ਇਤਿਆਦਿਕ ਸ਼ੁਭ ਵਰਦਾਨ ਕਰਕੇ ਬਾਬਾ ਜੀ ਵਾਪਸ ਕਰਤਾਰਪੁਰ ਰਾਵੀ ਚਲੇ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।